ਲੁਧਿਆਣਾ ਬਲਾਸਟ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਬਰਖਾਸਤਗੀ ਤੋਂ ਬਾਅਦ ਖੰਨਾ ਥਾਣੇ ਆਉਂਦਾ ਸੀ ਮੁਲਜ਼ਮ ਗਗਨਦੀਪ ਜੋ ਮੁਲਜ਼ਮ ਮੰਨਿਆ ਜਾ ਰਿਹਾ ਇਸ ਵੇਲੇ ਜੋ ਜਾਂਚ ਦੇ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ। ਜ਼ਮਾਨਤ ਤੋਂ ਬਾਅਦ ਵੀ ਸਦਰ ਥਾਣੇ ਆਉਂਦਾ ਸੀ। ਨਸ਼ੇ ਦੇ ਮਾਮਲੇ ਦੇ ਵਿੱਚ ਬਰਖਾਸਤ ਕੀਤਾ ਗਿਆ ਸੀ ਗਗਨਦੀਪ ਨੂੰ 2019 ਦੇ ਵਿੱਚ, ਪਰ ਉਸ ਤੋਂ ਬਾਅਦ ਵੀ ਜਿਹੜਾ ਉਸ ਦੇ ਵੱਲੋਂ ਆਇਆ ਜਾਂਦਾ ਸੀ ਔਰ ਪੁਲਿਸ ਸਟੇਸ਼ਨ ਦੇ ਖੰਗਾਲੇ ਜਾ ਰਹੇ ਨੇ ਸੀਸੀਟੀਵੀ ਤਾਂ ਕਿ ਕਿਹਨਾਂ ਦੇ ਸੰਪਰਕ ਵਿੱਚ ਸੀ, ਕਿਹੜੇ ਮੁਲਾਜ਼ਮਾਂ ਦੇ ਨਾਲ ਮਿਲਦਾ ਜੁਲਦਾ ਸੀ, ਉਹਨਾਂ ਤੋਂ ਵੀ ਅੱਗੇ ਸਵਾਲ ਜਿਹੜੇ ਨੇ ਉਹ ਕੀਤੇ ਜਾਣਗੇ। ਸੋ ਐਨਆਈਏ ਤੇ ਪੁਲਿਸ ਜਾਂਚ ਦੇ ਵਿੱਚ ਮੁਲਜ਼ਮ ਨੂੰ ਮਿਲਣ ਵਾਲੇ ਕਰਮਚਾਰੀਆਂ ਤੋਂ ਪੁੱਛਗਿੱਛ ਹੋਵੇਗੀ ਕਿ ਆਖਿਰਕਾਰ ਕੀ ਗੱਲਾਂ ਬਾਤਾਂ ਹੁੰਦੀਆਂ ਸਨ, ਕਿਉਂਕਿ ਜੋ ਹੁਣ ਹਾਲ ਹੀ ਦੇ ਵਿੱਚ ਵੱਡਾ ਹਾਦਸਾ ਹੋਇਆ, ਧਮਾਕਾ ਕੀਤਾ ਗਿਆ, ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਸਿੱਧੇ ਤੌਰ ਤੇ ਜਿਹੜਾ ਮੋਹਰੇ ਸ਼ਖਸ ਆਇਆ ਉਹ ਗਗਨਦੀਪ ਗੱਗੀ ਹੀ ਆਇਆ ਔਰ ਫਿਲਹਾਲ ਵੱਡੇ ਖੁਲਾਸੇ ਇੱਕ ਤੋਂ ਬਾਅਦ ਇੱਕ ਹੁੰਦੇ ਹੋਏ ਨਜ਼ਰ ਆ ਰਹੇ ਨੇ। ਜਿੱਥੇ ਮਹਿਲਾ ਦੋਸਤ ਜਿਹੜੀ ਹੈ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪੁਲਿਸ ਦੇ ਵੱਲੋਂ, ਉਸ ਤੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਹੁਣ ਕਈ ਖੁਲਾਸੇ ਹੁੰਦੇ ਨਜ਼ਰ ਆਏ ਨੇ ਕਿ ਬਰਖਾਸਤਗੀ ਤੋਂ ਬਾਅਦ ਵੀ ਖੰਨਾ ਥਾਣੇ ਦੇ ਵਿੱਚ ਆਉਂਦਾ ਸੀ ਮੁਲਜ਼ਮ ਗਗਨਦੀਪ ਔਰ ਜਿਹੜੇ ਕਰਮਚਾਰੀਆਂ ਦੇ ਨਾਲ ਗੱਲਬਾਤ ਹੁੰਦੀ ਸੀ ਉਹਨਾਂ ਤੋਂ ਵੀ ਸਵਾਲ ਜਵਾਬ ਕੀਤੇ ਜਾਣਗੇ। ਸੋ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਵੱਲੋਂ ਫਿਲਹਾਲ ਜਿਹੜਾ ਅੱਗੇ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਿਹੜੀ ਸਫੇਦ ਐਕਟਿਵਾ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਸਫੇਦ ਐਕਟਿਵਾ ਦੀ ਤਲਾਸ਼ ਦੇ ਵਿੱਚ ਐਨਆਈਏ ਤੇ ਪੁਲਿਸ ਜਿਹੜੀ ਹੈ ਜੁਟ ਗਈ ਹੈ। ਧਮਾਕੇ ਵਾਲੇ ਦਿਨ ਘਰੋਂ ਐਕਟਿਵਾ ਤੇ ਗਗਨਦੀਪ ਨਿਕਲਿਆ ਸੀ ਪਰ ਲੁਧਿਆਣਾ ਅਦਾਲਤ ਕਾਰ ਦੇ ਵਿੱਚ ਪਹੁੰਚਿਆ ਸੀ। ਸੋ ਉਸ ਐਕਟਿਵਾ ਦੀ ਤਲਾਸ਼ ਪੁਲਿਸ ਕਰ ਰਹੀ ਹੈ ਕਿ ਆਖਿਰਕਾਰ ਉਹ ਐਕਟਿਵਾ ਕਿੱਥੇ ਹੈ, ਗਗਨਦੀਪ ਉਸ ਐਕਟਿਵਾ ਨੂੰ ਕਿੱਥੇ ਖੜਾ ਕਰਕੇ ਆਇਆ ਸੀ, ਕਿਉਂਕਿ ਸੁਭਾਵਿਕ ਤੌਰ ਤੇ ਜਿੱਥੇ ਖੜੀ ਕੀਤੀ ਸੀ ਤਾਂ ਹੋ ਸਕਦਾ ਹੈ ਕਿ ਉਹ ਲੋਕ ਜਿਹੜੇ ਨੇ ਉਹ ਪੂਰੇ ਇਸ ਗੈਂਗ ਦੇ ਵਿੱਚ ਸ਼ਾਮਿਲ ਹੋਣ ਜਾਂ ਉਹਨਾਂ ਦੇ ਨਾਲ ਕੀ ਸੰਬੰਧ ਨੇ, ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾ ਸਕਦੇ ਨੇ। ਸੋ ਜੇਕਰ ਉਹ ਐਕਟਿਵਾ ਬਰਾਮਦ ਹੁੰਦੀ ਹੈ, ਮਿਲਦੀ ਹੈ ਤਾਂ ਇੱਕ ਤੋਂ ਬਾਅਦ ਇੱਕ ਕੜੀ ਜਿਹੜੀ ਹੈ ਅੱਗੇ ਖੁੱਲ ਸਕਦੀ ਹੈ। ਸੋ ਉਸ ਦੀ ਤਲਾਸ਼ ਵੀ ਪੁਲਿਸ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਿ ਇਸ ਮਾਮਲੇ ਦੀ ਪੂਰੀ ਤਹਿ ਤੱਕ ਜਾਇਆ ਜਾਵੇ ਕਿ ਆਖਿਰਕਾਰ ਕਿਹੋ ਜਿਹੇ ਹਾਲਾਤ ਨੇ, ਕਿਹੋ ਜਿਹੀ ਤਸਵੀਰ ਇੱਥੇ ਬਣਦੀ ਜਾ ਰਹੀ ਹੈ ਔਰ ਆਖਿਰਕਾਰ ਕਿਹਦੇ ਨਾਲ ਇਹ ਸਾਰੀਆਂ ਕੜੀਆਂ ਜੁੜੀਆਂ ਹੋਈਆਂ ਨੇ। ਸਭ ਅਜੇ ਸਵਾਲ ਨੇ ਔਰ ਇਸ ਦੇ ਲਈ ਜਾਂਚ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋ ਆਖਿਰਕਾਰ ਕੀ ਕੁਝ ਸਾਰਾ ਫਿਲਹਾਲ ਨਜ਼ਰ ਆ ਰਿਹਾ ਹੈ ਔਰ ਗਗਨਦੀਪ ਦੇ ਗੁਨਾਹ ਦੇ ਕਿੰਨੇ ਰਾਜ਼ਦਾਰ ਨੇ। ਲੁਧਿਆਣਾ ਬਲਾਸਟ ਦੇ ਵਿੱਚ ਵੱਡਾ ਖੁਲਾਸਾ ਹੋਇਆ। ਇੱਕ ਵਾਰ ਗ੍ਰਾਫਿਕ ਦੇ ਜ਼ਰੀਏ ਵੇਖ ਲੈਣੇ। ਬਰਖਾਸਤਗੀ ਤੋਂ ਬਾਅਦ ਖੰਨਾ ਥਾਣੇ ਆਉਂਦਾ ਸੀ ਗਗਨਦੀਪ ਔਰ ਜ਼ਮਾਨਤ ਤੋਂ ਬਾਅਦ ਵੀ ਉੱਥੇ ਆਉਂਦਾ ਸੀ ਸਦਰ ਥਾਣੇ ਦੇ ਵਿੱਚ। ਜੋ ਜਾਣਕਾਰੀ ਜੋ ਖੁਲਾਸੇ ਹੁੰਦੇ ਨਜ਼ਰ ਆਏ ਨੇ ਔਰ ਨਸ਼ੇ ਦੇ ਮਾਮਲੇ ਦੇ ਵਿੱਚ ਬਰਖਾਸਤ ਕੀਤਾ ਗਿਆ ਸੀ ਗਗਨਦੀਪ ਨੂੰ 2019 ਦਾ ਇਹ ਮਾਮਲਾ ਜਦੋਂ ਬਰਖਾਸਤਗੀ ਹੋਈ ਹੈ। ਪੁਲਿਸ ਸਟੇਸ਼ਨ ਦੇ ਖੰਗਾਲੇ ਜਾ ਰਹੇ ਨੇ ਸਾਰੇ ਸੀਸੀਟੀਵੀ ਦੇ ਆਧਾਰ ਤੇ ਜਾਂਚ ਕੀਤੀ ਜਾਏਗੀ। ਮੁਲਜ਼ਮ ਨੂੰ ਮਿਲਣ ਵਾਲੇ ਕਰਮਚਾਰੀਆਂ ਤੋਂ ਪੁੱਛਗਿੱਛ ਹੋਣੀ ਹੈ, ਉਹਨਾਂ ਤੋਂ ਪੁੱਛਗਿੱਛ ਕੀਤੀ ਜਾਏਗੀ ਕਿ ਆਖਿਰਕਾਰ ਕੌਣ ਔਰ ਕਿਉਂ ਇਹ ਸਾਰਾ ਕੁਝ ਕਰਵਾ ਰਿਹਾ ਹੈ ਜਾਂ ਫਿਰ ਕੀਤਾ ਗਿਆ। ਸਵਾਲ ਵੱਡੇ ਨੇ ਔਰ ਕਿਉਂਕਿ ਜੋ 2019 ਦੇ ਵਿੱਚ ਹੋਇਆ ਉਸ ਤੋਂ ਬਾਅਦ ਜਿੱਥੇ ਲਗਾਤਾਰ ਜਿਹੜਾ ਉਹ ਥਾਣੇ ਦੇ ਵਿੱਚ ਆਉਣਾ ਜਾਣਾ ਸੀ ਤਾਂ ਜੇਲ੍ਹ ਦੇ ਵਿੱਚ ਵੀ ਰਿਹਾ ਸੀ ਤੇ ਹਾਲ ਹੀ ਦੇ ਵਿੱਚ ਉਹ ਜ਼ਮਾਨਤ ਤੇ ਰਿਹਾ ਹੋਇਆ ਸੀ। ਪਰ ਫਿਲਹਾਲ ਜੋ ਵੱਡਾ ਧਮਾਕਾ ਕੀਤਾ ਗਿਆ, ਕਿਸਨੇ ਉਸ ਨੂੰ ਇਹ ਸਾਰਾ ਧਮਾਕੇ ਦਾ ਜਿਹੜਾ ਸਮਾਨ ਹੈ ਉਹ ਦਿੱਤਾ ਹੈ, ਇਹ ਵੀ ਸਵਾਲ ਵੱਡੇ ਨੇ ਔਰ ਆਖਿਰਕਾਰ ਉਹ ਐਕਟਿਵਾ ਕਿੱਥੇ ਗਈ ਹੈ। ਸਫੇਦ ਐਕਟਿਵਾ ਰਾਜ਼ ਖੋਲੇਗੀ, ਇਹ ਵੀ ਸਵਾਲ ਵੱਡਾ ਹੈ ਔਰ ਐਕਟਿਵਾ ਦੀ ਭਾਲ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਅਦਾਲਤ ਦੇ ਵਿੱਚ ਤਾਂ ਉਹ ਗੱਡੀ ਤੇ ਪਹੁੰਚਿਆ ਸੀ। ਉਸ ਦਾ ਚੱਲਦੇ ਖੰਨਾ ਗੁਰਦੀਪ ਸਿੰਘ ਨੇ ਸਾਡੇ ਨਾਲ ਪੱਤਰਕਾਰ ਜ਼ਿਆਦਾ ਗੱਲਬਾਤ ਦੇ ਲਈ। ਗੁਰਦੀਪ, ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਕੀ ਕੁਝ ਪੁਲਿਸ ਦੇ ਹੱਥ ਲੱਗਾ, ਕਿਹੜੇ ਸੁਰਾਗ ਹੱਥ ਲੱਗੇ ਨੇ ਔਰ ਕਿਹੜੀ ਕੜੀ ਜਿਹੜੀ ਹੈ ਉਹ ਜੁੜਦੀ ਨਜ਼ਰ ਆ ਰਹੀ ਹੈ? ਜੀ ਗੁਰਜੋਤ, ਗਗਨਦੀਪ ਦੇ ਘਰ ਤੋਂ ਜਦੋਂ ਐਨਆਈਏ ਦੀ ਟੀਮ ਔਰ ਪੰਜਾਬ ਪੁਲਿਸ ਦੀ ਟੀਮ ਨੇ ਛਾਪਾ ਮਾਰਿਆ ਤਾਂ ਘਰ ਦੇ ਵਿੱਚ ਕੱਲੀ ਚੀਜ਼ ਉਹਨਾਂ ਨੇ ਖੰਗਾਲੀ ਗਈ ਤੇ ਹਾਂ, ਇੱਕ ਗੱਲ ਪਤਾ ਲੱਗੀ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਸੀ ਕਿ ਇੱਕ ਲੈਪਟਾਪ, ਇੱਕ ਮੋਬਾਈਲ ਤੇ ਨਗਦੀ ਜਿਹੜੀ ਹੈ ਗਗਨਦੀਪ ਦੇ ਘਰੋਂ ਬਰਾਮਦ ਕੀਤੀ ਗਈ ਸੀ। ਗਗਨਦੀਪ ਕਿਹੜੀ ਐਕਟਿਵਾ ਤੇ ਗਿਆ ਸੀਗਾ ਇਹ ਹਜੇ ਤੱਕ ਨਹੀਂ ਪਤਾ ਚੱਲ ਪਾਇਆ ਕਿ ਪੁਲਿਸ ਦੇ ਹੱਥ ਹਜੇ ਐਕਟਿਵਾ ਉਹ ਲੱਗੀ ਨਹੀਂ ਹੈ। ਵਾਈਟ ਕਲਰ ਦੀ ਐਕਟਿਵਾ ਸੀ ਜਿਹੜੀ ਕਿ ਉਹਨਾਂ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਸੀ। ਇਹ ਵੀ ਇਨਫੋਰਮੇਸ਼ਨ ਮਿਲੀ ਹੈ ਕਿ ਜਦੋਂ ਗਗਨਦੀਪ ਘਰੋਂ ਗਿਆ ਸੀ ਤਾਂ ਉਸਦੀ ਨਾਲ ਇੱਕ ਮਹਿਲਾ ਵੀ ਸੀ ਜਿਹੜੀ ਕਿ ਉਹਦੀ ਘਰਵਾਲੀ ਦੱਸੀ ਜਾ ਰਹੀ ਹੈ। ਹਜੇ ਉਸਦੀ ਘਰਵਾਲੀ ਤੋਂ ਵੀ ਪੁੱਛਤਾਛ ਕੀਤੀ ਗਈ ਹੈ ਤੇ ਇਸ ਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਈ ਹੈ। ਗਗਨਦੀਪ ਦੇ ਭਰਾ ਨੂੰ ਜਿਹਨੂੰ ਪੁੱਛਗਿੱਛ ਲਈ ਨਾਲ ਲੈ ਕੇ ਗਈ ਸੀ ਐਨਆਈਏ ਦੀ ਟੀਮ, ਉਸ ਤੇ ਵੀ 3 ਮਾਮਲੇ ਦਰਜ ਦੱਸੇ ਜਾ ਰਹੇ ਨੇ। 2 ਮਾਮਲੇ ਨਕਲੀ ਸ਼ਰਾਬ ਜਿਹੜੀ ਨਜਾਇਜ਼ ਸ਼ਰਾਬ ਵੇਚਣ ਦੇ ਔਰ ਇੱਕ ਨਸ਼ੀਲਾ ਪਾਊਡਰ ਦਾ ਮਾਮਲਾ ਜਿਹੜਾ ਹੈ ਉਹਦੇ ਤੇ ਪਾਇਆ ਗਿਆ ਹੈ ਤੇ ਕਿਤੇ ਨਾ ਕਿਤੇ ਇਹ ਮਾਮਲਾ ਬਹੁਤ ਗੰਭੀਰ ਹੁੰਦਾ ਜਾ ਰਿਹਾ ਕਿ ਗਗਨਦੀਪ ਜਦੋਂ ਸਦਰ ਥਾਣੇ ਦੇ ਵਿੱਚ ਮੁਨਸ਼ੀ ਤੈਨਾਤ ਸੀ ਤਾਂ ਉਸ ਸਮੇਂ ਵੀ ਨਸ਼ੀਲੇ ਪਾਊਡਰ ਦੀ ਜਿਹੜੀ ਤਸਕਰੀ ਕਰਨ ਦੇ ਦੋਸ਼ ਦੇ ਹੇਠ ਹੀ ਉਹਨੂੰ ਬਰਖਾਸਤ ਕੀਤਾ ਗਿਆ ਸੀ ਤੇ 2 ਸਾਲ ਗਗਨਦੀਪ ਜੇਲ੍ਹ ਦੇ ਵਿੱਚ ਲਗਾ ਕੇ ਆਇਆ ਸੀ।
ਜਦੋਂ ਜ਼ਮਾਨਤ ਆਉਣ ਤੋਂ ਬਾਅਦ ਗਗਨਦੀਪ ਦੀ ਜਿਹੜੀ ਜ਼ਿਆਦਾਤਰ ਕਈ ਵਾਰ ਉਹਨੂੰ ਸਦਰ ਥਾਣੇ ਦੇਖਿਆ ਗਿਆ ਅਤੇ ਸਦਰ ਥਾਣੇ ਆਣਾ ਜਾਣਾ ਸੀ, ਜਿਹਦੇ ਕਰਕੇ ਉਹਦੇ ਸਾਥੀ ਪੁਲਿਸ ਕਰਮੀ ਸੀ ਉਹਨਾਂ ਤੋਂ ਵੀ ਪੁੱਛਤਾਛ ਕੀਤੀ ਜਾ ਰਹੀ ਹੈ। ਗਗਨਦੀਪ ਨਾਲ ਜੁੜੀਆਂ ਜਿਹੜੀਆਂ ਹਰ ਇੱਕ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਨਾਲ ਗੱਲ ਕੀਤੀ ਸੀ। ਈਵਨ ਇੱਥੇ ਤੱਕ ਜਾਣਕਾਰੀ ਮਿਲੀ ਹੈ ਕਿ ਗਗਨਦੀਪ ਨੇ ਜਿਹੜੇ ਬੰਦੇ ਤੋਂ ਅਕਾਊਂਟ ਖੁਲਵਾਇਆ ਸੀ ਉਸ ਤੋਂ ਵੀ ਪੁਲਿਸ ਪੁੱਛਤਾਛ ਕਰ ਰਹੀ ਹੈ ਕਿ ਕਿੱਥੋਂ ਪੈਸਾ ਲੈ ਕੇ ਆਏ ਸੀ, ਕੀ ਪੈਸੇ ਦੀ ਇਨਪੁਟ ਸੀ। ਇਹ ਹਰ ਇੱਕ ਜਿਹੜਾ ਹੈ ਪਹਿਲੂ ਦੀ ਜਾਂਚ NIA ਟੀਮ ਕਰ ਰਹੀ ਹੈ, ਕਿਉਂਕਿ ਇਹ ਮਾਮਲਾ ਅੰਤਰਰਾਸ਼ਟਰੀ ਮਾਮਲਾ ਬਣਦਾ ਜਾ ਰਿਹਾ। ਪਾਕਿਸਤਾਨ ਨਾਲ ਤਾਰ ਇਸ ਦੇ ਜੁੜੇ ਹੋਏ ਨੇ ਤੇ ਇਹ ਗੰਭੀਰਤਾ ਦੇ ਨਾਲ ਹਰ ਇੱਕ ਪਹਿਲੂ ਦੀ ਬਰੀਕੀ ਦੇ ਨਾਲ NIA ਤੇ ਪੰਜਾਬ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਿਹੜੇ ਕੌਣ ਸਾਥੀ ਸੀ, ਜਿਹੜਾ ਮਹਿਲਾ ਸਾਥੀ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਕਿ ਇਹਦੇ ਨਾਲ ਤੈਨਾਤ ਸੀ ਸਦਰ ਥਾਣੇ ਦੇ ਵਿੱਚ ਜਾਂ ਉੱਥੇ SSP ਦਫ਼ਤਰ ਦੇ ਵਿੱਚ ਤੈਨਾਤ ਸੀ, ਉਸ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਹਜੇ ਤੱਕ ਕੁਝ ਵੀ ਡਿਸਕਲੋਜ਼ ਕਰਨ ਨੂੰ ਤਿਆਰ ਨਹੀਂ ਹੈ, ਨਾ NIA ਦੀ ਟੀਮ ਨੇ ਹਜੇ ਤੱਕ ਕੁਝ ਡਿਸਕਲੋਜ਼ ਕੀਤਾ, ਨਾ ਹੀ ਪੰਜਾਬ ਪੁਲਿਸ ਵੱਲੋਂ ਕੋਈ ਮੈਸੇਜ ਇਸ ਦਾ ਦਿੱਤਾ ਗਿਆ, ਨਾ ਹੀ ਦੱਸਿਆ ਗਿਆ ਵੀ ਹਜੇ ਤੱਕ ਜਾਂਚ ਕਿੱਥੇ ਤੱਕ ਪਹੁੰਚੀ ਹੈ। ਹਾਂ, ਇਹ ਜ਼ਰੂਰ ਹੈ ਵੀ ਜਿਹੜੀ ਐਕਟਿਵਾ ਤੇ ਗਗਨ ਘਰੋਂ ਗਿਆ ਸੀ ਉਹ ਐਕਟਿਵਾ ਪੁਲਿਸ ਲੱਭ ਰਹੀ ਹੈ। ਉਸ ਤੋਂ ਬਾਅਦ ਗਗਨ ਜਦੋਂ ਉੱਥੇ ਪਹੁੰਚਿਆ ਤਾਂ ਇੱਕ ਕਾਰ ਦੇ ਵਿੱਚ ਗਿਆ ਸੀ ਤੇ ਉਹ ਕਾਰ ਜਿਹੜੀ ਬਰਾਮਦ ਕਰ ਲਿੱਤੀ ਗਈ ਹੈ, ਪਰ ਐਕਟਿਵਾ ਹਜੇ ਕਿਤੇ ਨਾ ਕਿਤੇ ਗਾਇਬ ਹੈ। ਹਜੇ ਤੱਕ ਜਿਹੜੀ ਹੈ ਪੁਲਿਸ ਦੇ ਹੱਥ ਐਕਟਿਵਾ ਨਹੀਂ ਲੱਗੀ ਔਰ ਐਕਟਿਵਾ ਮਿਲਣ ਤੋਂ ਬਾਅਦ ਹੀ ਕੁਝ ਨਾ ਕੁਝ ਕੜੀਆਂ ਜਿਹੜੀਆਂ ਜੁੜਦੀਆਂ ਜਾਣਗੀਆਂ, ਉਸ ਦੇ ਬਾਰੇ ਹਜੇ ਪੁਲਿਸ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਜੀ। ठीक है गगनदीप, फिलहाल गुरदीप माफ करियो, फिलहाल शुक्रिया तमाम जानकारी के लिए, धन्यवाद है। और कुल मिला के एक तो बाद एक तार जुड़ रहे हैं और फिर तो अपडेट लवांगे। फिलहाल धन्यवाद है। सो कुल मिला के सवाल किते वड्डे ने कि आखिरकार की गगनदीप की गल की जाए तो वह किस दे नाल गया सी। जेकर वह अपनी पत्नी दे नाल गया सी तो पत्नी तो सवाल जिहड़े ने सुभाविक तौर पर होणगे कि जदों तुसीं घरों निकले हो तो फिर एक्टिवा कित्थे है, जेकर वह नाल सीगी। और इस तो बाद जेकर महिला की गल की जाए जो दोस्त दसी जा रही है तो उस तो भी कई तरह के सवाल जिहड़े ने पूछे जा रहे हैं, उस तो भी जिहड़ी ने इंफॉर्मेशन होएगी। पर हाँ, अजे फिलहाल पुलिस दे वालों कुछ डिस्कलोज नहीं किया जाएगा सुभाविक तौर पर, क्योंकि इस दे नाल जांच प्रभावित हुंदी है। सो जांच पूरी तरह दे नाल मुकम्मल करके ही जनतक की जाएगी और मीडिया नूं दसी जाएगी। ਅਤੇ ਕੱਲ DGP ਚਟੋਪਾਧਿਆਏ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਗਗਨਦੀਪ ਨੂੰ ਲੈ ਕੇ ਅਹਿਮ ਖੁਲਾਸੇ ਕੀਤੇ ਸਨ ਅਤੇ ਦੱਸਿਆ ਸੀ ਕਿ ਕਿਵੇਂ ਉਹ ਗੁਨਾਹ ਦੀ ਦੁਨੀਆ ਦੇ ਨਾਲ ਜੁੜਿਆ ਹੋਇਆ ਸੀ। ਸੁਣ ਲੈਂਦੇ। Within 24 hours we could trace the main accused. He turned out to be a dismissed head constable of Punjab Police who had been arrested by the STF for carrying narcotic drugs. The case which had been registered in this regard way back in 2019, this was FIR number 75 dated 11th of August 2019 under the NDPS Act. The STF under the leadership of Mr. Harpreet Sidhu, additional DG, arrested him, Gagandeep Singh. उस वेले ये थाना सदर दा मुंशी हुंदा सी। 385 ग्राम हेरोइन ਇਹਦੇ ਕੋਲੋਂ ਮਿਲਿਆ। ਇਹਦੇ ਨਾਲ ਸਾਥੀ ਸੀ ਇਹਦੇ ਅਮਨਦੀਪ ਐਂਡ ਵਿਕਾਸ, ਜਿਨ੍ਹਾਂ ਕੋਲੋਂ 400 ਗ੍ਰਾਮ ਹੀਰੋਇਨ ਹੋਰ ਮਿਲਿਆ ਸੀ। 2 ਸਾਲ ਜੇਲ੍ਹ ਤੇ ਰਹਿਣ ਤੋਂ ਬਾਅਦ ਗਗਨਦੀਪ ਨੂੰ ਬੇਲ ਹੋਇਆ। ਇਹਦੇ ਟ੍ਰਾਇਲ ਚੱਲ ਰਹੇ ਸੀ, ਬਲਕਿ 24 ਤਰੀਕ ਟ੍ਰਾਇਲ ਸੀ ਤੇ ਅਗਲਾ ਤਰੀਕ 3/2/2022 ਸੀ, ਫਰਵਰੀ ਚ। It is expected that most probably jail ਦੇ ਵਿੱਚ ਇਹਦੇ ਜਿਨ੍ਹਾਂ ਨਾਲ ਤਾਲਮੇਲ ਹੋਇਆ, he transitioned from just narcotics to mafia to drugs. Now this is a very dangerous combination ਜਿਹੜਾ ਸਾਹਮਣੇ ਸਾਡੇ ਆਇਆ. This is going to be a very major challenge for us. But however, ਇਹਦੇ ਨਾਲ ਜਿਹੜੇ ਬੰਦੇ ਸੀ, we have tracked out for reasons of the expediency ਕਿ ਸਾਡੀ ਇਨਵੈਸਟੀਗੇਸ਼ਨ ਗਾਂ ਨਿਕਲੇ, ਮੈਂ ਜ਼ਿਆਦਾ ਕੁਝ ਨਹੀਂ ਦੱਸ ਸਕਦਾ। ਬਟ ਇਹਨਾਂ ਦੇ ਲਿੰਕਸ ਜੇਲ੍ਹ ਦੇ ਵਿੱਚ, ਪੰਜਾਬ 'ਚ ਐਂਡ ਫਰੋਮ ਅਬਰੋਡ with Khalistani elements, with terror outfits, with mafia outfits, as well as narcotic smugglers.